किसान वीरों ते भैनों जय हिंद लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जाणदे ही हो कि असीं ਵੱਖ-ਵੱਖ दिनां 'ਚ ਵੱਖ-ਵੱਖ विषयां ते ਵੱਖ-ਵੱਖ माहरां नाल गलबात करदे ही रहिंदे हां। इसे संबंध 'ਚ अज साडे नाल ने डॉक्टर इंदरप्रीत कौर जिहड़े कि गुरु अंगद देव वैटनरी ते एनीमल साइंस यूनीवर्सिटी लुधियाना 'ਚ अपनियां सेवावां निभा रहे ने। इन्हां नाल गलबात करांगे। डॉक्टर जय हिंद जी। बहुत बहुत धन्यवाद जी। हाँ 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 हरप्रीत जी जय हिंद। जय हिंद मिठा सिंह जी जय हिंद। बड़े चुप चुप बैठे आ जी। नहीं मैं कहा तुसीं पहला बोल लो फिर मैं भी बोलूंगा। चलो देखो अज असीं तुहानूं बाहरले नज़ारे दिखा रहे हैं। मैं कहा जी बड़ी सोहनी वाह बड़ा सोहना मौसम है। मौसम कुदरत है ना। कुदरत दे अगे किसी दा जोर नहीं। कहंदे ਸੀ ਗਰਮੀਆਂ ਭੱਜ ਭੱਜ ਆਈ ਜਾਂਦੀਆਂ ਵੇਖ ਲਓ ਅੱਜ ਕਿੱਡਾ ਟੇਕ ਟਕਾ ਹੋ ਗਿਆ। हाँ बिल्कुल गल तुहाडी सही आ। ਇਹ ਕੁਦਰਤ ਤੋਂ ਗੱਲ ਯਾਦ ਆਈ ਹਰਪ੍ਰੀਤ ਜੀ ਕਿ ਕੁਦਰਤ ਨੇ ਜੋ ਸਾਨੂੰ ਦਿੱਤਾ ਆ ਨਾ ਜੀ ਅਸੀਂ ਉਹਦਾ ਦੇਣਾ ਨਹੀਂ ਦੇ ਸਕਦੇ। ਨਹੀਂ ਦੇ ਸਕਦੇ ਨਹੀਂ ਦੇ ਸਕਦੇ ਪਰ ਇੱਕ ਗੱਲ ਤੇ ਅਸੀਂ ਕਰ ਸਕਦੇ ਹਾਂ ਨਾ ਜੀ ਕਿ ਜਿਹੜਾ ਉਹਨੇ ਸਾਨੂੰ ਇਹ ਸੌਗਾਤ ਜਿੰਨੀ ਵੀ ਦਿੱਤੀ ਆ ਜੀ ਇਹਨੂੰ ਸਾਂਭ ਕੇ ਤੇ ਰੱਖ। ਬਿਲਕੁਲ ਸੰਭਾਲ ਤਾਂ ਬਹੁਤ ਜ਼ਰੂਰੀ ਜੀ। ਕੋਈ ਵੀ ਚੀਜ਼ ਆ ਹਾਂ ਆਪ ਕੱਪੜੇ ਲੀੜੇ ਵੇਖ ਲਓ ਜੇ ਸੰਭਾਲੇ ਜਾਣ ਤੇ ਇਹਨਾਂ ਨੂੰ ਸਾਲਾਂ ਸਾਲ ਚਲਾ ਲਈਏ ਨਹੀਂ ਤਾਂ ਭਾਵੇਂ ਅਗਲੇ ਸਾਲ ਪੋਚੇ ਜੋਗੇ ਕਰ ਦੋ। ਆ ਵਧੀਆ ਗੱਲ ਕੀਤੀ। ਮੇਰੇ ਅਸਲ 'ਚ ਕਹਿਣ ਦਾ ਮਤਲਬ ਇਹ ਆ ਵੀ ਸਭ ਤੋਂ ਜ਼ਰੂਰੀ ਆ ਸਾਡੇ ਕੋਲ ਜਿਹੜਾ ਇਹ ਚੀਜ਼ ਘਟ ਰਹੀ ਆ ਉਹਨੂੰ ਸੰਭਾਲੀਏ ਪਾਣੀ। ਜੀ ਜੀ ਬਿਲਕੁਲ ਬਿਲਕੁਲ ਮਿੱਠਾ ਸਿੰਘ ਜੀ ਹੈ ਨਾ। ਹਾਂ ਪਾਣੀ ਦੀ ਸੰਭਾਲ ਮਤਲਬ ਇਹ ਨਹੀਂਗਾ ਵੀ ਅਸੀਂ ਇਹਨੂੰ ਵਰਤਣਾ ਬੰਦ ਕਰ ਦਈਏ। ਜੀ ਜੀ ਵਰਤੀਏ ਜੀ ਪਰ ਅਣਜਾਈ ਨਾ ਵਰਤੀਏ। ਹਾਂ ਜਿਹੜੀ ਅਸੀਂ ਦੁਰਵਰਤੋਂ ਕਰਦੇ ਆ ਨਾ ਜੀ ਕਿ ਜਿੱਥੇ ਲੋੜ ਨਹੀਂ ਉੱਥੇ ਕਿਲੋਰੀ ਥਾਂ ਲੀਟਰ ਦੀ ਥਾਂ ਜਿਹੜਾ ਵਾ ਉਹ ਬਸ ਪਾਈਪ ਹੀ ਖੁੱਲੀ ਛੱਡ ਦੋ ਟੂਟੀ ਖੁੱਲੀ ਚੱਲਦੀ ਰਹੇ। ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਦਾ ਮੈਂ ਥੋੜੇ ਦਿਨ ਹੋਏ ਸ਼ਹਿਰ ਗਿਆ ਤਾਂ ਆਕੇ ਕੋਲ ਜੀ ਤੇ ਗਵਾਂਢੀ ਉਹਦਾ ਕਾਰ ਧੋਏ। ਠੀਕ ਹੈ ਜੀ। ਇਹ ਪਾਈਪ ਲਾ ਕੇ ਨਾ ਛੱਡੀ ਹੋਈ ਉਹਨੇ। ਜੀ ਜੀ ਉਹ ਪਾਈਪ ਵੀ ਉਹ ਕੀ ਆਂਦੇ ਹੁੰਦੇ ਮੋਟੀ। ਹਾਂ 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 ਸਮਰਸੀਬਲ ਚੋਂ ਜਿਹੜੀ ਨਿਕਲਦੀ ਆ। ਠੀਕ ਆ। ਮੈਂ ਬਾਹਰ ਖੜਾ ਹੋ ਕੇ ਉਹਨੂੰ ਕਿਹਾ ਮੈਂ ਕਿਹਾ ਕਾਕਾ ਗੱਲ ਸੁਣ ਇਹ ਕੀ ਕਰਦਾ ਪਿਆ ਤੂੰ? ਜੀ ਕਹਿੰਦਾ ਜੀ ਕਾਰ ਧੋਣਾ ਪਿਆ। ਜੀ ਜੀ ਮੈਂ ਕਿਹਾ ਉਹ ਤੇ ਮੈਨੂੰ ਵੀ ਦੀਦਾ। ਜੀ ਜੀ ਪਰ ਜਿਹੜਾ ਪਾਣੀ ਤੂੰ ਜਿਹੜਾ ਕੀ ਆਂਦੇ ਹੁੰਦੇ ਅੰਗਰੇਜ਼ੀ ਵੇਸਟ ਕਰਦਾ ਹਾਂ 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 ਹੈ ਹਾਂ ਇਹ ਕੰਮ ਚੰਗਾ ਨਹੀਂ ਜੀ ਹੈ ਨਾ। ਤੂੰ ਦੇਖਣਾ ਤੂੰ ਜੇ ਗੱਡੀ ਧੋਣੀ ਆ ਅੰਦਰੋਂ ਬਾਲਟੀ 'ਚ ਪਾਣੀ ਅੱਧੀ ਲੈ ਆ ਨਾਲ ਮੱਗਾ ਲਿਆ ਕੱਪੜਾ ਮਾਰ ਗੱਡੀ ਸਾਫ਼ ਜੀ ਸਾਫ਼ ਆਂਦਾ ਜੀ ਗੱਲ ਇਹ ਆ ਵੀ ਪਾਣੀ ਬਚਾ ਕੇ ਕਰਨਾ ਕੀ ਆ। ਮੈਂ ਕਿਹਾ ਇਹ ਤੈਨੂੰ ਅੱਜ ਇਹ ਗੱਲਾਂ ਆਉਂਦੀਆਂ ਹਾਂਜੀ ਪਰ ਇਹ ਲੰਮੇ ਸਮੇਂ ਦੇ ਬਾਰੇ ਸੋਚ ਜਦੋਂ ਪਾਣੀ ਖਤਮ ਹੋ ਗਿਆ ਖਤਮ ਹੋ ਜਾਣਾ ਫੇਰ ਕੀ ਕਰਾਂਗੇ ਸਾਡੀਆਂ ਪੀੜ੍ਹੀਆਂ ਕੀ ਕਰਨਗੀਆਂ। ਆਂਦਾ ਜੀ ਉਹ ਆਪੇ ਕਰ ਲੈਣਗੇ। ਜੀ ਮਿਠਾ ਸਿੰਘ ਜੀ ਵੇਖੋ ਇਹੋ ਤੁਹਾਡੀ ਗੱਲ ਜਿਹੜੀ ਨਾ ਮੈਂ ਤੇ ਕਈ ਵਾਰੀ ਜਾਂਦਾ ਹੋਵਾਂ ਨਾ ਰਾਹ ਖੜੇ ਤੇ ਐਂ ਜੀ ਪਾਈਪ ਲਾ ਕੇ ਕੋਈ ਧੋਂਦਾ ਹੋਏ ਤਾਂ ਮੈਂ ਤਾਂ ਰੋਕ ਕੇ ਕਹਿ ਦਿੰਦਾ ਹੁੰਦਾ ਵੀ ਭਾਈ ਇਹ ਉਹ ਪਾਣੀ ਨੂੰ ਜਿਹੜਾ ਵੱਡੀਆਂ ਵੱਡੀਆਂ ਕੰਪਨੀਆਂ ਬੋਤਲਾਂ 'ਚ ਪਾ ਕੇ 20 ਰੁਪਏ ਤੋਂ ਲੈ ਕੇ 100 ਰੁਪਏ ਲੀਟਰ ਤੱਕ ਵੇਚਦੀਆਂ। ਇਸ ਤੋਂ ਵੀ ਮਹਿੰਗਾ ਆਉਂਦਾ ਤੇ ਪਾਣੀ। ਦੇਖੋ ਗੱਲ ਇਹ ਆ ਵੀ ਫਿਰ ਕੰਪਨੀਆਂ ਨੇ ਤੇ ਫਾਇਦਾ ਲੈਣਾ ਹੀ ਆ। ਹਾਂ ਹਾਂ ਤੁਸੀਂ ਵੇਖੋ ਬਾਹਰਲੇ ਮੁਲਕ ਕਈ ਇਹੋ ਜਿਹੇ ਆ ਜਿਹੜੇ ਆਪਣੇ ਧਰਤੀ ਹੇਠਲਾ ਪਾਣੀ ਨਹੀਂ ਕੱਢਦੇ। ਉਹ ਬਰਸਾਤੀ ਪਾਣੀ ਜਿਹੜਾ ਨਾ ਉਹਨੂੰ ਵੱਧ ਤੋਂ ਵੱਧ ਵਰਤੋਂ 'ਚ ਲਿਆਉਂਦੇ ਤੇ ਕਹਿੰਦੇ ਉਹਨਾਂ ਦੇ 4-5 ਮਹੀਨੇ ਦੀਆਂ ਲੋੜਾਂ ਵਾਸਤੇ ਉਹ ਬਰਸਾਤੀ ਪਾਣੀ ਪੂਰੀ ਕੱਢ ਜਾਂਦਾ ਜੀ। ਤੁਹਾਡੀ ਗੱਲ ਸਹੀ ਆ। ਪਾਣੀ ਸਾਨੂੰ ਜਿਹੜਾ ਆ ਨਾ ਕਿਸਾਨ ਵੀਰੋ ਤੇ ਮੈਨੂੰ ਜੀ ਇਹ ਸਾਰਿਆਂ ਨੂੰ ਸਾਨੂੰ ਸੇਧ ਦੇਣੀ ਚਾਹੀਦੀ ਆ ਵੀ ਪਾਣੀ ਸੰਭਾਲਣਾ ਬਹੁਤ ਜ਼ਰੂਰੀ ਹੈ ਜੀ। ਹੁਣ ਆਈਏ ਡਾਕਟਰ ਸਾਹਿਬ ਨਾਲ ਅੱਜ ਅਸੀਂ ਗੱਲ ਕਰਨੀ ਆ ਵੀ ਇਹ ਕਿਸਾਨ ਉਤਪਾਦਕ ਸੰਗਠਨ ਜਿਹੜੇ ਹੁੰਦੇ ਆ ਜੀ ਹੈ ਨਾ ਇਹਨਾਂ ਦਾ ਡੇਅਰੀ ਕਿੱਤੇ 'ਚ ਕੀ ਯੋਗਦਾਨ। ਡਾਕਟਰ ਸਾਹਿਬ ਜੀ ਉਹ ਗੱਲ ਇਹ ਆ ਵੀ ਇਹ ਤੋਂ ਪਹਿਲਾਂ ਅਸੀਂ ਇਹ ਕਿਸਾਨ ਜਿਹੜੀ ਹੈਗੀ ਆ ਜਥੇਬੰਦੀ ਆ ਜਿਹੜੀ ਕਰਦੀ ਆ ਉਤਪਾਦਨ ਕਰਦੀ ਆ ਵੇਚਦੀ ਆ ਇਹਨਾਂ ਦੀ ਗੱਲ ਕਰੀਏ ਤੇ ਨਾਲ ਅਸੀਂ ਗੱਲ ਕਰਨੀ ਆ ਦੁੱਧ ਦੇ ਕਿੱਤੇ ਦੀ। ਸਭ ਤੋਂ ਪਹਿਲਾਂ ਇਹੋ ਹੀ ਜਾਣਨਾ ਚਾਹਾਂਗੇ ਅਸੀਂ ਵੀ ਜਿਹੜਾ ਦੁੱਧ ਉਤਪਾਦਨ ਹੈ ਨਾ ਇਹ ਸਾਡੇ ਜਿਹੜਾ ਆਰਥਿਕਤਾ ਦੇ ਵਿੱਚ ਕਿਸਾਨਾਂ ਦੀ ਕੀ ਯੋਗਦਾਨ ਹੈ। ਦੇਖੋ ਆਪਾਂ ਸਾਰੇ ਹੀ ਜਾਣਦੇ ਹਾਂ ਜਿਹੜਾ ਪੰਜਾਬ ਹੈ ਇਹ ਖੇਤੀਬਾੜੀ ਪ੍ਰਧਾਨ ਦੇਸ਼ ਹੈ ਤੇ ਆਪਾਂ ਸ਼ੁਰੂ ਤੋਂ ਹੀ ਮੁੱਢ ਤੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਫਸਲਾਂ ਦੀ ਖੇਤੀ ਕਰਦੇ ਆਏ ਹਾਂ। ਪਰ ਜਿੱਦਾਂ ਜਿੱਦਾਂ ਟਾਈਮ ਵਧਿਆ ਫਿਰ ਆਪਾਂ ਹਰੀ ਕ੍ਰਾਂਤੀ ਵੀ ਦੇਖੀ ਜਿਹਦੇ ਵਿੱਚ ਕਿਸਾਨ ਵੀਰਾਂ ਨੇ ਕਣਕ ਤੇ ਝੋਨੇ 'ਚ ਆਪਣੇ ਪੂਰੇ ਮੁਲਕ ਨੂੰ ਇੱਕ ਫੂਡ ਸਿਕਿਉਰਿਟੀ ਪ੍ਰੋਵਾਈਡ ਕੀਤੀ। ਆਪਾਂ ਕਹਿ ਸਕਦੇ ਹਾਂ ਕਿ ਸਾਰੇ ਦੇਸ਼ ਦੀ ਜਿਹੜੀ ਭੁੱਖਮਾਰੀ ਆ ਉਹ ਪੰਜਾਬ ਨੇ ਉਹਦੇ ਵਿੱਚ ਮੋਢੀ ਰਾਜ ਬਣ ਕੇ ਉਹਦਾ ਨਿਭਾਇਆ। ਪਰ ਜਿੱਦਾਂ ਜਿੱਦਾਂ ਆਪਾਂ ਉਸ ਦੇ ਵਿੱਚ ਅੱਗੇ ਵਧਦੇ ਗਏ ਸਾਨੂੰ ਕਾਫੀ ਸਾਰੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕੀਤਾ ਵੀ ਹੈ
ਉਹਦੇ 'ਚ ਵਾਤਾਵਰਣ ਵੀ ਆ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਹੁਣੇ ਪਾਣੀ ਦੀ ਗੱਲ ਕੀਤੀ ਕਿ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਹੈ, ਕਿਸਾਨਾਂ ਨੂੰ ਜ਼ਿਆਦਾ ਖਰਚੇ ਪੈ ਰਹੇ ਨੇ ਪਾਣੀ ਨੂੰ ਫਸਲਾਂ ਨੂੰ ਦੇਣ ਲਈ, ਸਾਨੂੰ ਜ਼ਿਆਦਾ ਤੋਂ ਜ਼ਿਆਦਾ ਫਰਟੀਲਾਈਜ਼ਰ, ਕੈਮੀਕਲ, ਪੈਸਟੀਸਾਈਡ, ਉਹੀ 1 ਏਕੜ 'ਚ ਜਿਹੜੀ ਅਸੀਂ ਸਸਤੀ ਫਸਲ ਬੀਜ ਲੈਂਦੇ ਸੀ ਹੁਣ ਸਾਨੂੰ ਮਹਿੰਗੀ ਪੈ ਰਹੀ ਹੈ ਜੀ। ਇਹਦਾ ਮਤਲਬ ਹੈ ਕਿ ਆਮਦਨ ਜਿਹੜੀ ਹੈ ਉਹ ਕਿਸਾਨ ਦੀ ਘਟਦੀ ਜਾ ਰਹੀ ਹੈ ਜਾਂ ਉਹਦੇ 'ਚ ਖੜੋਤ ਆ ਗਈ ਹੈ ਕਿ ਹੁਣ ਉਹਨੂੰ ਅੱਗੇ ਹੋਰ ਨਹੀਂ ਉਹ ਵਧਾ ਸਕਦਾ। ਪਰ ਜੇ ਤੁਸੀਂ ਦੂਸਰੀ ਪਾਸੇ ਦੇਖੋ, ਆਪਣਾ ਜੀਵਨ ਦੇਖੋ, ਤਾਂ ਤੁਸੀਂ ਹਰ ਪਾਸੇ ਦੇਖਦੇ ਹੋ ਕਿ ਮਹਿੰਗਾਈ ਦੀ ਦਰ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਸ ਤਰ੍ਹਾਂ ਤਾਂ ਜੀਵਨ ਨਹੀਂ ਚਲਾਇਆ ਜਾ ਸਕਦਾ। ਇਸ ਜਿਹੜਾ ਸਰਕਾਰਾਂ ਨੇ ਉਹ ਕਹਿ ਰਹੀਆਂ ਨੇ ਕਿ ਡਾਈਵਰਸੀਫਿਕੇਸ਼ਨ ਕੀਤੀ ਜਾਏ ਤਾਂ ਕਿ ਆਪਾਂ ਕੱਲੇ ਖੇਤੀਬਾੜੀ ਤੇ ਨਾ ਨਿਰਭਰ ਕਰਕੇ ਹੋਰ ਧੰਦੇ ਵੀ ਅਪਣਾਈਏ ਜਿਹਦੇ ਤੋਂ ਬਿਲਕੁਲ ਜਿਹੜਾ ਬਦਲ ਲੱਭੀਏ। ਬਦਲਾਂ 'ਚ ਬੜੀ ਸਾਰੀ ਗੱਲ ਹੁੰਦੀ ਹੈ, ਹਾਰਟੀਕਲਚਰ, ਵੈਜੀਟੇਬਲ, ਡੇਅਰੀ। ਇਹਦੇ ਜਿਹੜਾ ਸਭ ਤੋਂ ਜਿਹੜਾ ਕਾਮਯਾਬ ਬਦਲ ਆਇਆ ਹੈ ਅੱਜ ਤੱਕ ਉਹ ਡੇਅਰੀ ਦਾ ਆਇਆ ਹੈ। ਉਹਦਾ ਕਾਰਨ ਵੀ ਹੈ ਕਿ ਜਿਸ ਤਰ੍ਹਾਂ ਆਪਾਂ ਖੇਤੀਬਾੜੀ ਕਰਦੇ ਰਹੇ ਉਸੇ ਤਰ੍ਹਾਂ ਆਪਾਂ ਪਸ਼ੂ ਵੀ ਰੱਖਦੇ ਰਹੇ, ਬਸ ਹੁਣ ਆਪਾਂ ਪਸ਼ੂ ਪਾਲਣ ਨੂੰ ਇੱਕ ਵਪਾਰਿਕ ਰੂਪ ਦੇ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਕਿਸਾਨਾਂ ਨੇ ਖੇਤੀਬਾੜੀ ਦੇ ਨਾਲ ਪਸ਼ੂ ਰੱਖੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ATM ਹੈ ਕਿ ਉਹ ਰੋਜ਼ ਉਹਨਾਂ ਨੂੰ ਦੁੱਧ, ਕਿਉਂਕਿ ਦੁੱਧ ਇਦਾਂ ਦਾ ਪਦਾਰਥ ਹੈ ਜਿਹੜਾ ਤੁਸੀਂ ਰੋਜ਼ ਵੇਚ ਸਕਦੇ ਹੋ, ਜਾਂ ਤਾਂ ਤੁਹਾਨੂੰ ਹਫ਼ਤੇ ਬਾਅਦ ਜਾਂ 15 ਦਿਨ ਬਾਅਦ ਜਾਂ ਮਹੀਨੇ ਬਾਅਦ ਤੁਹਾਨੂੰ ਆਮਦਨ ਆ ਜਾਣੀ ਹੈ, ਜਿਹਦੇ ਕਰਕੇ ਜਿਹੜਾ ਉਹਦਾ ਕਿਸਾਨ ਦਾ ਜਿਹੜਾ ਘਰ ਹੈ ਉਹਦੀ ਆਰਥਿਕਤਾ ਹੈ ਉਹ ਠੀਕ ਠਾਕ ਚੱਲਦੀ ਰਹਿੰਦੀ ਹੈ। ਇਸ ਲਈ ਮੈਂ ਇਹ ਕਹੂੰਗੀ ਕਿ ਕਿਸਾਨਾਂ ਦਾ, ਡੇਅਰੀ ਦਾ ਕਿਸਾਨਾਂ ਦੀ ਆਰਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਹੈ। ਤੇ ਜੇ ਮੈਂ ਪੰਜਾਬ ਦੀ ਅਰਥ ਵਿਵਸਥਾ ਦੀ ਗੱਲ ਕਰਾਂ ਤੇ ਮੈਂ ਤੁਹਾਨੂੰ ਦੱਸਾਂ ਵੀ ਜਿੰਨੀ ਆਮਦਨ ਆਪਣੀ ਪੂਰੀ ਖੇਤੀਬਾੜੀ ਪੰਜਾਬ ਸੂਬੇ ਨੂੰ ਦਿੰਦਾ ਹੈ ਉਹਦੇ ਵਿੱਚ 36% ਜਿਹੜਾ ਹਿੱਸਾ ਹੈ ਉਹ ਡੇਅਰੀ ਦਿੰਦਾ ਹੈ। ਹਾਂਜੀ, ਬਹੁਤ ਵੱਡਾ ਹਿੱਸਾ ਜਿਹੜਾ 36% ਬਹੁਤ ਹੁੰਦਾ ਹੈ। ਹਾਂਜੀ ਹਾਂਜੀ, ਬਿਲਕੁਲ ਗੱਲ ਸਹੀ ਹੈ। ਜਿਵੇਂ ਡਾਕਟਰ ਇੰਦਰਪ੍ਰੀਤ ਜੀ ਤੁਸੀਂ ਗੱਲ ਕਰ ਰਹੇ ਸੀ ਵੀ ਡੇਅਰੀ ਕਿੱਤੇ ਦੀ, ਹਾਂਜੀ, ਤੇ ਜਿਵੇਂ ਮਿੱਠਾ ਸਿੰਘ ਹੋਰੀ ਗੱਲ ਛੇੜੀ ਪਹਿਲਾਂ ਵੀ ਅੱਜ ਆਪਾਂ ਗੱਲ ਕਰਨੀ ਆ ਕਿਸਾਨ ਉਤਪਾਦਕ ਸੰਗਠਨ, ਜਿਹਨੂੰ ਅੰਗਰੇਜ਼ੀ ਵਿੱਚ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਵੀ ਕਹਿੰਦੇ ਆ। ਹੁਣ ਇੱਕ ਆਮ ਬੰਦਾ ਜਿਹੜਾ ਨਾ ਉਹਨੂੰ ਗੱਲ ਦੀ ਪੂਰੇ ਤੌਰ ਤੇ ਪਕੜ ਨਹੀਂ ਆਉਂਦੀ ਵੀ ਕਿਸਾਨ ਨੇ ਉਤਪਾਦਕ ਬਣਨਾ ਹੈ ਕਿ ਕਿਸੇ ਉਤਪਾਦਕ ਨੇ ਕਿਸਾਨ ਨਾਲ ਗੱਠਜੋੜ ਕਰਨਾ ਹੈ, ਵੀ ਉਹ ਇਹਦਾ ਭਾਵ ਕੀ ਆ, ਵੀ ਕਿਸ ਤਰੀਕੇ ਨਾਲ ਇਹ ਜਿਹੜਾ ਆਪਾਂ ਸੰਗਠਨ ਜਿਹੜਾ ਉਹਨੂੰ ਸਥਾਪਿਤ ਕਰ ਸਕਦੇ ਹਾਂ। ਦੇਖੋ ਹਰਪ੍ਰੀਤ ਜੀ, ਜਿੱਦਾਂ ਕਿ ਆਪਾਂ ਪਹਿਲੇ ਡੇਅਰੀ ਦੇ ਧੰਦੇ ਦੀ ਗੱਲ ਕੀਤੀ, ਇਹਦੇ 'ਚ ਆਪਾਂ ਨੂੰ ਇੱਕ ਗੱਲ ਸਮਝਣੀ ਪਊਗੀ ਕਿ ਇਹ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਕਿਉਂ ਬਣੀਆਂ, ਕਿਸ ਤਰ੍ਹਾਂ ਬਣਦੀਆਂ ਨੇ ਤੇ ਇਹਨਾਂ ਦੀ ਕੀ ਜ਼ਰੂਰਤ ਸੀਗੀ। ਸਭ ਤੋਂ ਪਹਿਲੇ ਆਪਾਂ ਸਮਝੀਏ ਕਿ ਪੰਜਾਬ 'ਚ ਜਿੰਨੇ ਵੀ ਜਿਹੜੇ ਕਿਸਾਨ ਨੇ ਜ਼ਿਆਦਾ ਤੋਂ ਜ਼ਿਆਦਾ ਛੋਟੇ ਤੇ ਮੱਧਮ ਦਰਜੇ ਦੇ ਕਿਸਾਨ ਨੇ। ਜਿਵੇਂ ਕਹਾਂ 60 ਤੋਂ 70% ਕਿਸਾਨ ਇੱਦਾਂ ਦੇ ਨੇ ਜਿਨ੍ਹਾਂ ਕੋਲ 10 ਤੋਂ ਘੱਟ ਪਸ਼ੂ ਹੋਣਗੇ। 10 ਤੋਂ ਘੱਟ ਪਸ਼ੂ ਮਤਲਬ ਉਹਦੇ 'ਚ ਦੁਧਾਰੂ ਪਸ਼ੂ ਜਿਹੜੇ ਆ ਉਹ 5 ਤੋਂ 6 ਹੋਣਗੇ, ਜਦਕਿ ਮੇਰੇ ਕੋਲ ਰੋਜ਼ ਜਿਹੜਾ ਹੈ ਉਹ 50 ਤੋਂ 60 ਲੀਟਰ ਦੁੱਧ ਵੱਧ ਤੋਂ ਵੱਧ ਹੋ ਸਕਦਾ ਹੈ। ਹੁਣ ਇਹ ਜਿਹੜਾ ਦੁੱਧ ਆਪਾਂ ਪੈਦਾ ਕਰਦੇ ਹਾਂ, ਇਹ ਦੁੱਧ ਕਿਉਂ ਪੈਦਾ ਕਰਦੇ ਹਾਂ? ਕਿਉਂਕਿ ਆਪਾਂ ਦੁੱਧ ਦਾ ਧੰਦਾ ਕਰਨਾ ਚਾਹੁੰਦੇ ਹਾਂ ਤੇ ਇਹਦਾ ਸਾਨੂੰ ਮੰਡੀਕਰਨ ਕਰਨਾ ਪਏਗਾ। ਹੁਣ ਜਦੋਂ ਆਪਾਂ ਹਰੇਕ ਕਿਸਾਨ ਕੋ 50-50, 60-60 ਲੀਟਰ ਦੁੱਧ ਹੋਏਗਾ, ਉਹ ਪੂਰੇ ਪੰਜਾਬ ਸੂਬੇ 'ਚ ਫੈਲੇ ਹੋਏ ਨੇ, ਕੋਈ ਕਿੱਥੇ ਹੈ, ਕੋਈ ਕਿੱਥੇ ਹੈ, ਕੋਈ ਕਿੱਥੇ ਹੈ। ਜੇ ਉਹ ਕੱਲਾ ਮੰਡੀਕਰਨ ਕਰਨ ਦੀ ਉਹਦੀ ਕੋਸ਼ਿਸ਼ ਕਰੇਗਾ ਤਾਂ ਉਹਦੇ ਲਈ ਇਹ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਇਹਦੀ ਕਿਸ ਤਰ੍ਹਾਂ ਮੰਡੀਕਰਨ ਕਰੇ, ਤੇ ਉਹਨੂੰ ਮੰਡੀਕਰਨ ਦੇ ਖਰਚੇ ਇੰਨੇ ਪੈ ਜਾਣਗੇ ਕਿ ਜਿਹਦੇ ਕਰਕੇ ਉਹਦਾ ਜਿਹੜਾ ਆਮਦਨ ਹੈ ਉਹ ਕਾਫੀ ਘਟ ਜਾਏਗੀ। ਇਹਦੇ ਵਿੱਚ ਜਿਹੜਾ ਹੈ ਕਿ ਵੱਖ-ਵੱਖ ਤਰੀਕੇ ਦੀਆਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਤੋਂ ਪਹਿਲੇ ਸਾਡੇ ਕੋਲ ਜਿਹੜਾ ਬਹੁਤ ਵੱਡਾ ਸੈਟਅਪ ਸੀ ਉਹ ਸੀਗੇ ਕੋਆਪਰੇਟਿਵ ਅਦਾਰੇ। ਕੋਆਪਰੇਟਿਵ ਅਦਾਰੇ ਦੀ ਜਿਹੜੀ ਪੈਦਾ ਹੋਣ ਦਾ ਕਾਰਨ ਹੀ ਇੱਕ ਸੀ ਕਿ ਸਾਰੇ ਪੰਜਾਬ 'ਚ ਦੁੱਧ ਪੈਦਾ ਹੁੰਦਾ ਹੈ, ਉਸ ਦੁੱਧ ਨੂੰ ਇਕੱਠਾ ਕੀਤਾ ਜਾ ਸਕੇ, ਫਿਰ ਉਸ ਤੋਂ ਬਾਅਦ ਸ਼ਹਿਰੀ ਇਲਾਕਿਆਂ ਵਿੱਚ ਲਿਆ ਕੇ ਲੋਕਾਂ ਨੂੰ ਉਹ ਦੁੱਧ ਦਿੱਤਾ ਜਾ ਸਕੇ, ਤਾਂ ਕਿ ਪ੍ਰੋਡਕਸ਼ਨ ਤੇ ਮਾਰਕੀਟਿੰਗ ਇਹ ਦੋਨੋਂ ਹੀ ਹਮੇਸ਼ਾ ਜੁੜੇ ਹੋਣੇ ਚਾਹੀਦੇ ਨੇ, ਇਹ ਜੁੜੇ ਰਹਿਣ। ਉਸ ਹੀ ਫਿਲਾਸਫੀ ਦੇ ਅੰਡਰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਵੀ ਬਣਾਈਆਂ ਗਈਆਂ ਨੇ। ਇਹਦੇ 'ਚ ਕਹਿਣ ਦਾ ਭਾਵ ਹੈ ਕਿ ਜਿਹੜੇ ਕਿਸਾਨ ਆ, ਜਿਹੜੇ ਇੱਕੋ ਜਿੱਕੇ ਨੇ, ਇੱਕ ਪਿੰਡ ਦੇ ਨੇ ਜਾਂ ਆਲੇ ਦੁਆਲੇ ਇੱਕ ਕਲਸਟਰ ਹੈ, ਉਹ ਇਕੱਠੇ ਹੋ ਸਕਣ। ਜਿਹੜਾ ਕਿ ਉਹਨਾਂ ਦਾ ਉਤਪਾਦ ਹੈ ਉਹ ਘੱਟ ਹੈ, ਕੱਲੇ ਦਾ ਘੱਟ ਹੈ, ਪਰ ਉਹ ਆਪਣਾ ਉਤਪਾਦ ਇਕੱਠਾ ਕਰਕੇ ਇੱਕ ਆਰਗੇਨਾਈਜੇਸ਼ਨ ਬਣਾ ਸਕਣ। ਉਸ ਤੋਂ ਬਾਅਦ ਟੋਟਲ ਜਿਹੜਾ ਉਤਪਾਦ ਉਹਨਾਂ ਕੋਲ ਇਕੱਠਾ ਹੋ ਜਾਂਦਾ ਹੈ ਉਹਦਾ ਅੱਗੇ ਮੰਡੀਕਰਨ ਕਰਨ ਤਾਂ ਕਿ ਉਹਨਾਂ ਨੂੰ ਸਹੀ ਰੇਟ ਮਿਲ ਸਕੇ। ਅਖੀਰ 'ਚ ਗੱਲ ਇਹ ਹੈ ਕਿ ਆਪਾਂ ਜਦੋਂ ਬਾਰ-ਬਾਰ ਇੱਕ ਗੱਲ ਕਰਦੇ ਹਾਂ ਕਿ ਜਦੋਂ ਕਿਸਾਨ ਕੋ ਜਿਹੜਾ ਉਤਪਾਦਨ ਹੈ ਉਹ ਘੱਟ ਹੈ ਤਾਂ ਉਹਦੀ ਐਕਸਪਲੋਇਟੇਸ਼ਨ ਹੋ ਸਕਦੀ ਹੈ, ਕੋਈ ਮਿਡਲਮੈਨ ਆ ਸਕਦਾ, ਕੋਈ ਟਰੇਡਰ ਆ ਸਕਦਾ, ਕੋਈ ਬੰਦਾ ਤਾਂ ਉਸ ਦੁੱਧ ਨੂੰ ਇਕੱਠਾ ਕਰੇਗਾ ਤੇ ਫਿਰ ਲੈ ਕੇ ਜਾਏਗਾ, ਜਿਹਦਾ ਮਤਲਬ ਹੈ ਕੋਈ ਵਿਚੋਲੀਆ ਆ ਗਿਆ। ਆਪਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ 'ਚ ਉਸ ਵਿਚੋਲੀਏ ਨੂੰ ਕੱਢ ਕੇ ਉਹ ਜਿਹੜਾ ਲਾਭ ਵਿਚੋਲੀਏ ਨੇ ਲੈਣਾ ਆ ਉਹ ਆਪਾਂ ਬੇਸਿਕਲੀ ਉਸ ਕਿਸਾਨ ਨੂੰ ਦੇਣਾ ਚਾਹੁੰਦੇ ਹਾਂ। ਇਸ ਕਰਕੇ ਇਹ ਜਿਹੜੀਆਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈ ਇਹ ਕਿਸਾਨ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ। ਬਿਲਕੁਲ ਡਾਕਟਰ ਸਾਹਿਬ, ਗੱਲ ਤੁਹਾਡੀ ਸਹੀ ਆ ਬਈ 1 ਤੇ 1 11 ਹੋ ਜਾਂਦਾ।
ਹਾਂਜੀ ਹੈ ਨਾ। ਹਾਂਜੀ ਤੁਸੀਂ ਇੱਕ ਬੰਦੇ ਦਾ ਦਿਮਾਗ ਤੇ ਜਦੋਂ ਅਸੀਂ ਇਕੱਠੇ ਹੋ ਜਾਂਦੇ ਆ, ਸਾਰਿਆਂ ਦਾ ਦਿਮਾਗ ਜਦੋਂ ਕੰਮ ਕਰਦਾ ਹਾਂਜੀ ਤੇ ਫਿਰ ਉਹਦਾ ਨਤੀਜਾ ਇੱਕ ਵੱਖ ਹੀ ਨਿਕਲਦਾ, ਹਾਂਜੀ ਹੈ ਨਾ, ਬਿਲਕੁਲ ਸਹੀ ਨਤੀਜਾ ਨਿਕਲਦਾ। ਬਿਲਕੁਲ ਤੇ ਸਾਡੇ ਪੰਜਾਬ ਦੇ ਵਿੱਚ ਤੇ ਹੁਣ ਤੱਕ ਜੇ ਦੇਖਿਆ ਜਾਏ ਤੇ ਹਜ਼ਾਰਾਂ ਹੀ ਐਸਪੀਓ ਬਣ ਗਈਆਂ ਹੋਣੀਆਂ, ਹਾਂਜੀ ਹੈ ਨਾ। ਹਾਂਜੀ ਅੱਛਾ, ਇੱਕ ਵੈਸੇ ਜਾਣਕਾਰੀ ਲਈ ਪੁੱਛਦਾ ਤੁਹਾਨੂੰ ਮੈਂ, ਵੀ ਤੁਸੀਂ ਇਹ ਦੱਸ ਸਕਦੇ ਹੋ ਵੀ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਇਹ ਆਰਗੇਨਾਈਜੇਸ਼ਨ ਆ ਫਾਰਮਰ ਪ੍ਰੋਡਿਊਸਰ ਦੀ, ਇਹ ਕਿਹੜੀ ਆ? ਹਾਂਜੀ ਜੀ ਬਿਲਕੁਲ, ਜਿੱਦਾਂ ਮੈਂ ਤੁਹਾਨੂੰ ਦੱਸਾਂ, ਪਹਿਲਾ ਜਿਹੜਾ ਸਟੈਪ ਹੈ ਉਹ ਫਾਰਮ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈ, ਪਰ ਅਲਟੀਮੇਟਲੀ ਆਪਾਂ ਇਹਨੂੰ ਕੰਪਨੀ ਦੇ ਐਕਟ ਦੇ ਤਹਿਤ ਰਜਿਸਟਰ ਕਰਾਉਂਦੇ ਹਾਂ, ਇਸ ਕਰਕੇ ਇਹਨੂੰ ਆਪਾਂ ਫਾਰਮਰ ਪ੍ਰੋਡਿਊਸਰ ਕੰਪਨੀ ਕਹਿ ਦਿੰਦੇ ਹਾਂ। ਇਹ ਕੰਪਨੀ ਰਜਿਸਟਰ ਕਰਾਉਣ ਤੇ ਸਾਨੂੰ ਇਹ ਫਾਇਦਾ ਹੁੰਦਾ ਹੈ ਕਿ ਇਹ ਕੰਪਨੀ ਦੇ ਨਿਯਮਾਂ ਦੇ ਅਨੁਸਾਰ ਚੱਲੇਗੀ। ਇਹਦੇ 'ਚ ਜਿਹੜਾ ਕਿਸਾਨ ਹੈ ਉਹ, ਜਿਸ ਤਰ੍ਹਾਂ ਤੁਸੀਂ ਸੁਣਦੇ ਹੋਣੇ ਆ, ਸ਼ੇਅਰ ਹੋਲਡਰ ਬਣ ਜਾਂਦਾ ਹੈ। ਜੋ ਵੀ ਤੁਹਾਡਾ ਮੁਨਾਫਾ ਹੋਏਗਾ ਉਹ ਉਸ ਸ਼ੇਅਰ ਹੋਲਡਰ ਨੂੰ ਉਹਦਾ ਪੂਰਾ ਹਿੱਸਾ ਹੋਏਗਾ, ਹਿੱਸਾਪਤੀ ਵਿੱਚ ਪੈ ਜਾਂਦੀ ਬਿਲਕੁਲ ਉਹਦੀ। ਬਿਲਕੁਲ। ਬੋਰਡ ਦੇ ਮੈਂਬਰ ਵੀ ਉਸ ਤਰ੍ਹਾਂ ਹੀ ਹੋਣਗੇ, ਤੁਹਾਡੀ ਕੰਪਨੀ ਦਾ CEO ਵੀ ਉਸ ਤਰ੍ਹਾਂ ਹੀ ਹੋਏਗਾ। ਬੇਸਿਕਲੀ ਆਪਾਂ ਉਹਨੂੰ ਵਪਾਰੀਕਰਨ ਦਾ ਇੱਕ ਰੂਪ ਦੇ ਦਿੱਤਾ, ਜਿਹੜਾ ਕਿ ਆਪਾਂ ਕਹਿੰਦੇ ਆ ਕਿ ਕਿਸਾਨੀ ਜਾਂ ਪਸ਼ੂ ਪਾਲਕ ਮੇਰੇ ਜੀਣ ਦਾ ਸਾਧਨ ਹੈ, ਪਰ ਆਪਾਂ ਇਹਦੇ ਜ਼ਰੀਏ ਉਹਨੂੰ ਇੱਕ ਵਪਾਰੀਕਰਨ ਦਾ ਰੂਪ ਦੇ ਦਿੱਤਾ। ਉਹਦੇ 'ਚ ਤੁਹਾਡੇ ਸ਼ੇਅਰ ਹੋਲਡਰ ਹੋ ਜਾਂਦੇ ਆ। ਤੇ ਦੁੱਧ ਦੇ ਕੰਮ 'ਚ ਦੇਖੋ ਕਿ ਆਪਣੇ ਕੋਲ ਬਾਣੀ ਇੱਕ ਬਹੁਤ ਹੀ ਵੱਡੀ ਫਾਰਮਰ ਪ੍ਰੋਡਿਊਸਰ ਕੰਪਨੀ ਹੈ, ਜਿਹੜੀ ਕਿ ਪਟਿਆਲੇ 'ਚ ਰਜਿਸਟਰ ਹੈ, ਤੇ ਉਹਦੇ ਕੋਲ ਲੱਖਾਂ ਮੈਂਬਰ ਨੇ ਜਿਹੜੇ ਕਿ ਅੱਗੇ ਔਰ ਉਹ ਸਾਰਾ ਅੱਗੇ ਹੁਣ ਉਹ ਦੁੱਧ ਨੂੰ ਇਕੱਠਾ ਵੀ ਕਰਦੇ ਨੇ, ਫਿਰ ਉਸ ਤੋਂ ਬਾਅਦ ਉਹਨੂੰ ਪ੍ਰੋਸੈਸ ਕਰਕੇ ਵੇਚਦੇ ਵੀ ਨੇ। ਇਹਦੇ 'ਚ ਇੱਕ ਹੋਰ ਫਾਇਦਾ ਹੁੰਦਾ ਹੈ ਆਪਾਂ ਨੂੰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ 'ਚ, ਕਿ ਆਪਾਂ ਦੇਖੀਏ ਕਿ ਆਪਾਂ ਜ਼ਿਆਦਾਤਰ ਕਿਸਾਨ ਨੇ ਦੁੱਧ ਨੂੰ ਪੈਦਾ ਕਰਨ ਲਈ ਹੋਰ ਵੀ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੀ ਡੰਗਰ ਬਿਮਾਰ ਹੋ ਗਿਆ, ਕਦੀ ਕੋਈ ਹੋਰ ਪ੍ਰੋਬਲਮ ਆ ਗਈ, ਤੁਹਾਨੂੰ ਕਿਹੜੀ ਜਿਹੜਾ ਆ ਚਾਰਾ ਪਾਉਣਾ ਆ, ਕਿਸ ਟਾਈਮ ਤੇ ਕੋਈ ਮਿਨਰਲ ਮਿਕਸਚਰ ਪਾਉਣਾ ਹੈ, ਕਈ ਵਾਰੀ ਭਾਅ ਵੱਧ ਜਾਂਦੇ ਨੇ, ਕਈ ਵਾਰੀ ਭਾਅ ਘਟ ਜਾਂਦੇ ਨੇ। ਜਦੋਂ ਤੁਸੀਂ ਇੱਕ ਸੰਗਠਨ ਦੇ ਥੱਲੇ ਆ ਗਏ ਨਾ, ਤੁਸੀਂ ਬਹੁਤ ਸਾਰੀਆਂ ਸਹੂਲਤਾਂ ਆਪਣੀਆਂ ਪੈਦਾ ਕਰ ਸਕਦੇ ਹੋ ਸਕਦੇ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਵੈਟਰਨਰੀ ਡਾਕਟਰ ਸਾਂਝੇ ਤੌਰ ਤੇ ਰੱਖ ਲਓ, ਜਿਹੜਾ ਕਿ ਅਦਰਵਾਈਜ਼ ਤੁਸੀਂ ਸੋਚੋ ਕਿ ਮਿਲੇ ਜਾਂ ਨਾ ਮਿਲੇ। ਤੁਹਾਡੇ ਕੋਲ ਆਪਸ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਓਲਡ ਏਜ ਹੋਮ ਖੁੱਲ੍ਹਣ ਲੱਗ ਪਏ, ਉੱਥੇ ਸਾਰੀਆਂ ਫੈਸਿਲਿਟੀਆਂ ਕ੍ਰੀਏਟ ਕਰਨ ਲੱਗ ਪਏ। ਆਪਾਂ ਕਿਉਂ ਕਰਦੇ ਨੇ? ਤਾਂ ਕਿ ਉੱਥੇ ਸਾਰਾ ਕੁਝ ਸੋਸ਼ਲ ਵੈਲਫੇਅਰ ਹੋ ਸਕੇ। ਉਸੇ ਤਰ੍ਹਾਂ ਇਹ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਜਿਹੜੀਆਂ ਨੇ, ਇਹ ਇਕੱਲਾ ਤੁਹਾਡਾ ਮੰਡੀਕਰਨ ਹੀ ਨਹੀਂ, ਬਲਕਿ ਤੁਹਾਡੀਆਂ ਕੋਈ ਜਿਹੜੀਆਂ ਵੈਟਨਰੀ ਦੀਆਂ ਸਰਵਿਸਿਜ਼ ਹੋ ਗਈਆਂ, ਕੋਈ ਹੋਰ ਤੁਹਾਡੀਆਂ ਜਿਹੜੇ ਇਨਪੁਟ ਲੱਗਦੇ ਨੇ, ਕੋਈ ਕੰਸਨਟਰੇਟ ਹੋ ਗਿਆ, ਜੋ ਵੀ ਤੁਹਾਨੂੰ ਡੇਅਰੀ 'ਚ ਲੱਗਦਾ, ਉਹਦੇ 'ਚ ਵੀ ਤੁਹਾਡੀਆਂ ਸਹਾਇਕ ਹੁੰਦੀਆਂ ਨੇ। ਉਸ ਤੋਂ ਇਲਾਵਾ ਇੱਕ ਡੇਅਰੀ ਦੇ ਧੰਦੇ 'ਚ ਇਹ ਵੀ ਗੱਲ ਹੈ ਕਿ ਹੋ ਸਕਦਾ ਤੁਹਾਨੂੰ, ਆਪਾਂ ਦੇਖਦੇ ਹਾਂ ਕਿ ਆਪਾਂ ਲੋਨ ਲੈਂਦੇ ਹਾਂ ਬੈਂਕ 'ਚੋਂ, ਆਪਣੀਆਂ ਜ਼ਰੂਰਤਾਂ ਆ ਜਾਂਦੀਆਂ ਨੇ, ਜਿਸ ਤਰ੍ਹਾਂ ਕਿ ਆਪਾਂ ਮੰਨ ਲਈਏ ਕਿ ਕਦੀ ਕੋਈ ਸਕੂਲ 'ਚ ਬੱਚੇ ਦੀ ਫੀਸ ਹੀ ਆ ਗਈ, ਕੁਛ ਆ ਗਿਆ, ਆਪਾਂ ਕੋ ਬੈਂਕ ਜਾਣ ਲਈ ਉਨੀ ਫੈਸਿਲਿਟੀ ਨਹੀਂ ਹੁੰਦੀ। ਆਪਾਂ ਜਿਹੜੇ ਆ ਹੋਰ ਜਿਹੜੇ ਲੋਕ ਆ, ਸ਼ਾਹੂਕਾਰ ਹੈ ਜਾਂ ਆਪਣੇ ਦੋਜੀ ਹੈ, ਉਹਨਾਂ ਤੋਂ ਆਪਾਂ ਵਿਆਜ ਤੇ ਪੈਸੇ ਲੈ ਲੈਂਦੇ ਹਾਂ, ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਹਾਈ ਇੰਟਰਸਟ ਰੇਟ ਦੇਣਾ ਪੈਂਦਾ, ਜਿਹਦੇ ਕਰਕੇ ਸਾਡਾ ਕਿਸਾਨ ਆ ਜਿਹੜਾ ਉਹ ਹੋਰ ਉਹਦੇ ਵਿੱਚ ਫਸਿਆ ਰਹਿੰਦਾ। ਪਰ ਜਦੋਂ ਤੁਸੀਂ ਇਦਾਂ ਦੇ ਸੰਗਠਨ ਬਣਾ ਲੈਂਦੇ ਹੋ ਤਾਂ ਤੁਸੀਂ ਉਹਦੇ ਤੇ ਕੋਈ ਵੀ ਪਾਲਿਸੀ ਬਣਾ ਕੇ ਆਪਣੇ ਜਿਹੜੇ ਸੰਗਠਨ ਦੇ ਸਾਥੀ ਹੈ ਉਹਨਾਂ ਨੂੰ ਪੈਸੇ ਵੀ ਦੇ ਸਕਦੇ ਹੋ, ਉਹਨਾਂ ਦੀ ਹੈਲਪ ਵੀ ਕਰ ਸਕਦੇ ਹੋ। ਸੋ ਕੱਲਾ ਮੈਂ ਇਹ ਨਹੀਂ ਕਹਿ ਸਕਦੀ ਮਿੱਠਾ ਸਿੰਘ ਜੀ ਕਿ ਇਹ ਵੱਡੇ ਹੋਣ ਨਾਲ ਹੀ ਇਹਦਾ ਫਾਇਦਾ ਹੁੰਦਾ ਹੈ। ਇਹ ਇਕਨੋਮਿਕ ਨਾਲ ਦੇ ਨਾਲ ਸਾਡਾ ਸਮਾਜਿਕ ਢਾਂਚਾ ਵੀ ਹੈ ਜਿਹੜਾ ਸੁਧਾਰਨ 'ਚ ਇਹ ਮਦਦ ਕਰਦਾ, ਯੋਗਦਾਨ ਪਾਉਂਦਾ। ਬਹੁਤ ਵਧੀਆ ਜੀ। ਡਾਕਟਰ ਇੰਦਰਪ੍ਰੀਤ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਆਪਾਂ ਇਹੋ ਜਿਹਾ ਸੰਗਠਨ ਬਣਾ ਸਕਦੇ ਹਾਂ, ਤੁਸੀਂ ਇਹ ਵੀ ਗੱਲ ਕੀਤੀ ਵੀ ਕੰਪਨੀ ਐਕਟ ਦੇ ਵਿੱਚ ਜਿਹੜਾ ਵਾ, ਹਾਂਜੀ, ਜੇ ਇਹਦਾ ਮਤਲਬ ਇਹੋ ਜਿਹਾ ਐਕਟ ਲੱਗਦਾ ਹੈ ਤੇ ਸਾਡੇ ਕੋਈ ਨਾ ਕੋਈ ਫੀਸ ਵੀ ਲੱਗਦੀ ਹੋਣੀ ਆ, ਹਾਂਜੀ, ਤੇ ਫਿਰ ਕਈ ਵਾਰੀ ਮੈਨੂੰ ਇਹ ਵੀ ਸੰਭਾਵਨਾ ਲੱਗਦੀ ਆ ਕਿ ਵੇਖੋ ਜਿਵੇਂ ਦੁੱਧ ਦੀ ਤੁਸੀਂ ਗੱਲ ਕੀਤੀ, ਹਾਂਜੀ, ਉਹਦੇ 'ਚ ਮਰਦ ਜਿਹੜੇ ਆ ਉਹ ਵੀ ਹਿੱਸਾ ਲੈ ਸਕਦੇ ਆ, ਔਰਤਾਂ ਵੀ ਹਿੱਸਾ ਪਾ ਸਕਦੀਆਂ। ਬਿਲਕੁਲ। ਕੀ ਇਹ ਕੋਈ ਫੀਸ ਫੂਸ ਲੱਗਦੀ ਆ? ਜੇ ਇਹੋ ਜਿਹੀ ਲੱਗਦੀ ਹੋਵੇ ਤੇ ਦੋਵਾਂ ਵਾਸਤੇ ਇੱਕੋ ਜਿਹੀ ਆ, ਕਿ ਜੇ ਕੋਈ ਔਰਤਾਂ ਨੇ ਬਣਾਇਆ ਕੋਈ ਉਹ 'ਚ ਰਹਿਤ ਵੀ ਮਿਲਦੀ ਆ? ਅੱਜ ਕੱਲ੍ਹ ਜਿਵੇਂ ਔਰਤਾਂ ਦਾ ਸ਼ਕਤੀਕਰਨ ਆ, ਉਹਦੇ ਵਿੱਚੋਂ ਕੋਈ ਇਹ ਗੱਲ ਨਿਕਲਦੀ ਹੋਏ? ਬਿਲਕੁਲ ਬਿਲਕੁਲ ਹਰਪ੍ਰੀਤ ਜੀ, ਇਹਦੇ 'ਚ ਥੋੜ੍ਹਾ ਜਿਹਾ ਫਰਕ ਹੈ। ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦਾ ਜੇ ਤੁਸੀਂ ਮੈਂਬਰ ਬਣਨਾ ਹੈ, ਤੁਹਾਡੀ ਉਮਰ 18 ਸਾਲ ਤੋਂ ਉੱਤੇ ਹੋਣੀ ਚਾਹੀਦੀ ਹੈ ਜੀ। ਤੁਹਾਡੇ ਕੋਲ ਡੰਗਰ ਹੋਣੇ ਚਾਹੀਦੇ ਨੇ। ਉਹਦੀ ਦੂਜੀ ਸ਼ਰਤ ਇਹ ਹੈ, ਜੇ ਤੁਸੀਂ ਡੇਅਰੀ ਦਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਉਣਾ, ਬਾਕੀ ਸਾਰੇ ਫਸਲਾਂ ਦੇ ਤੇ ਹੋਰ ਸਾਰੇ ਕਿੱਤਿਆਂ ਦੇ ਇਹ ਬਣ ਰਹੇ ਨੇ। ਤੇ ਇਹਦੇ ਜਿਹੜੀ ਤੁਹਾਡੀ ਰਜਿਸਟ੍ਰੇਸ਼ਨ ਫੀਸ ਹੈ, ਜਦੋਂ ਮੈਂ ਐਜ਼ ਅ ਮੈਂਬਰ ਇਹ 'ਚ ਰਜਿਸਟਰ ਕਰਨਾ ਹੈ, ਤੇ ਮਰਦਾਂ ਲਈ 100 ਰੁਪਏ ਹੈ ਤੇ ਔਰਤਾਂ ਲਈ ਇਹ 50 ਰੁਪਏ ਨੇ। ਇਹਦੇ ਨਾਲ ਮੈਨੂੰ ਪੂਰੀ ਲਾਈਫ ਟਾਈਮ ਜਿਹੜੀ ਹੈ ਉਹ ਮੈਂਬਰਸ਼ਿਪ ਜਿਹੜੀ ਆ ਉਹ ਮਿਲ ਜਾਂਦੀ ਹੈ। ਤੇ ਮੈਨੂੰ ਇਹਦੇ 'ਚ ਪੂਰਾ ਸਾਲ 200 ਦਿਨ ਦੁੱਧ ਪਾਉਣਾ ਹੁੰਦਾ ਹੈ, ਮਤਲਬ 365 ਦਿਨ ਹੈ, ਪਰ ਉਹਦੇ 'ਚ ਮੇਰੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਮੈਂ 200 ਦਿਨ ਇਹਦੇ 'ਚ ਦੁੱਧ ਪਾਵਾਂ। ਹੋਰ ਸਾਨੂੰ ਇਹ ਵਿਸਥਾਰ 'ਚ ਦੱਸੋ ਵੀ ਇਹਨਾਂ ਨੂੰ ਕੰਮ ਕਿਵੇਂ ਕਰਨਾ ਚਾਹੀਦਾ
ਤੇ ਇਹ ਜਿਹੜੀਆਂ ਸੰਗਠਨ ਬਣੀਆਂ ਹੋਈਆਂ ਨੇ ਇਹ ਕੰਮ ਕਿਵੇਂ ਕਰਦੀਆਂ? ਦੇਖੋ ਮਿੱਠਾ ਸਿੰਘ ਜੀ, ਆਪਣੇ ਕਈ ਫਾਰਮਰ ਪ੍ਰੋਡਿਊਸਰ ਕੰਪਨੀਆਂ ਖੁੱਲੀਆਂ ਵੀ ਨੇ, ਆਰਗੇਨਾਈਜੇਸ਼ਨਾਂ ਵੀ ਬਣੀਆਂ ਨੇ, ਬਹੁਤ ਸਾਰੀਆਂ ਬੰਦ ਵੀ ਹੋਈਆਂ ਨੇ। ਮੈਂ ਫਿਰ ਗੱਲ ਕਹੂੰਗੀ ਵੀ ਕੋਈ ਵੀ ਚੀਜ਼ ਹੈ ਜਿਹੜੀ ਆਰਥਿਕ ਹੋਵੇ ਉਹ ਸਮਾਜਿਕ ਉਹਦਾ ਨਾਲ ਹੀ ਹਿੱਸਾ ਹੁੰਦਾ। ਸਮਾਜ ਤੇ ਆਰਥਿਕਤਾ ਕਦੇ ਅਲੱਗ ਨਹੀਂ ਚੱਲ ਸਕਦੀ। ਜੇ ਆਪਾਂ ਇਹਦੇ 'ਚ ਗੱਲ ਕਰੀਏ ਤਾਂ ਇਹਦਾ ਜਿਹੜਾ ਬੇਸ ਹੈ ਫਾਰਮਰ ਪ੍ਰੋਡਿਊਸਰ ਕੰਪਨੀ ਦਾ, ਉਹ ਹੈਗਾ ਸਾਰਿਆਂ ਦਾ ਨਾਲ ਚੱਲਣਾ। ਉਹ ਸਭ ਤੋਂ ਵੱਡੀ ਗੱਲ ਹੈ। ਆਪਾਂ ਨੂੰ ਜੇ ਕਈ ਵਾਰੀ ਦੇਖੀਏ ਕਿ ਆਪਣੇ ਕਲਚਰ 'ਚ ਆਪਣੇ ਨੂੰ ਇਹ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਕਿ ਆਪਾਂ ਇਕੱਲੇ ਸਟਰਗਲ ਕਰਨਾ ਜਾਂ ਪਰੇਸ਼ਾਨ ਹੋਣਾ ਪਸੰਦ ਕਰਦੇ ਹਾਂ, ਨਾ ਕਿ ਜੁੜਨਾ ਪਸੰਦ ਕਰਦੇ ਹਾਂ। ਇਸ ਲਈ ਇਹਦਾ ਸਭ ਤੋਂ ਪਹਿਲਾ ਬੇਸ ਜਿਹੜਾ ਹੈ ਉਹ ਬਹੁਤ ਹੀ ਸਟਰੋਂਗ ਹੋਣਾ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਸਾਡੇ ਸਾਰਿਆਂ ਦੇ ਹਾਲਾਤ ਇੱਕੋ ਜਿਹੇ ਹੋਣ ਤਾਂ ਕਿ ਅਸੀਂ ਇਹਦੇ 'ਚ ਜੁੜ ਸਕੀਏ। ਫਿਰ ਸਾਨੂੰ ਕੋਈ ਨਾ ਕੋਈ ਇਦਾਂ ਦਾ ਫੇਸ, ਜਿਵੇਂ ਮੈਂ ਕਿਹਾ ਕਿ ਇਹਨੂੰ ਪ੍ਰੋਡਿਊਸਰ ਕੰਪਨੀ 'ਚ ਜਦੋਂ ਆਪਾਂ ਰਜਿਸਟਰ ਕਰਾ ਲੈਂਦੇ ਹਾਂ ਤਾਂ ਆਪਣਾ ਇਹਦਾ CEO ਬਣਾ ਲੈਂਦੇ ਹਾਂ। ਜੇ ਸਾਡਾ CEO ਉੱਥੇ ਨਹੀਂ ਰੁਕਦਾ ਜਾਂ ਉਹ ਬਾਰ-ਬਾਰ ਚੇਂਜ ਹੁੰਦਾ ਆ ਤਾਂ ਉਹਦੇ ਕਰਕੇ ਵੀ ਜਿਹੜੀ ਇਹਦੀ ਅਸਫਲਤਾ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਹਦਾ ਮਤਲਬ ਹੈ ਕਿ ਸਾਨੂੰ ਇੱਕ ਠਹਿਰਾਵ ਦੀ ਵੀ ਇਹਦੇ 'ਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਿਉਂਕਿ ਤੁਸੀਂ ਉਸ ਬੰਦੇ ਨੂੰ CEO ਲਾਓਗੇ ਜਿਹੜਾ ਕਿ ਇਹਦੇ 'ਚ ਉਹਨੂੰ ਉਸ ਬਿਜ਼ਨਸ ਦੀ ਸਮਝ ਹੋਣੀ ਚਾਹੀਦੀ ਹੈ, ਮਤਲਬ ਸਾਰਿਆਂ ਨੂੰ ਜੋੜ ਕੇ ਰੱਖੇ। ਹੁਣ ਮੇਰੇ ਕੋਲ 50 ਕਿਸਾਨ ਇਕੱਠੇ ਆ ਗਏ, ਉਹ ਰੋਜ਼ 50 ਲੀਟਰ ਦੁੱਧ ਲੈ ਕੇ ਆ ਗਏ। ਮੰਨ ਲਓ ਮੇਰੇ ਕੋਲ ਇੰਨੇ ਲੀਟਰ ਦੁੱਧ ਇਕੱਠਾ ਹੋ ਗਿਆ, ਕੀ ਉਹਨੂੰ ਇਹ ਸਮਝ ਹੈ ਕਿ ਇਹ ਕਿੱਥੇ ਵਧੀਆ ਭਾਅ ਵਿਕੇਗਾ, ਜਿੰਨਾ ਭਾਅ ਉਹ ਵਧੀਆ ਵਿਕੇਗਾ ਉਨੇ ਵੱਧ ਪੈਸੇ ਮੈਂ ਇਹਨਾਂ 50 ਮੈਂਬਰਾਂ ਨੂੰ ਵਾਪਸ ਕਰ ਸਕੂੰਗਾ। ਜਾਂ ਜਦੋਂ ਇਹ ਮੇਰੇ 50 ਤੋਂ 70 ਮੈਂਬਰ ਹੋ ਗਏ ਤਾਂ ਮੈਂ ਇਸ ਧੰਦੇ ਨੂੰ ਹੋਰ ਕਿੱਦਾਂ ਅੱਗੇ ਲੈ ਕੇ ਜਾਣਾ ਹੈ? ਕਿ ਮੈਂ ਇਕੱਲੇ ਦੁੱਧ ਤੇ ਹੀ ਕੰਮ ਰੱਖਣਾ ਹੈ ਜਾਂ ਮੈਂ ਦੁੱਧ ਦੇ ਪਦਾਰਥ ਬਣਾ ਲੈਣੇ ਨੇ? ਕਿਉਂਕਿ ਜੇ ਦੁੱਧ ਤੇ ਵੀ ਰੱਖਣਾ ਹੈ ਤੇ ਦੁੱਧ ਵੀ ਬੜੀਆਂ ਥਾਵਾਂ ਤੇ ਪਾ ਸਕਦਾ। ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਮੈਂ ਦੁੱਧ ਪਾ ਸਕਦੀ ਹਾਂ, ਮੈਂ ਪ੍ਰਾਈਵੇਟ ਦੁੱਧ ਵੀ ਪਾ ਸਕਦੀ ਹਾਂ, ਮੈਂ ਖੁਦ ਉਹਨੂੰ ਸ਼ਹਿਰ 'ਚ ਜਾ ਕੇ ਆਪਣਾ ਬ੍ਰਾਂਡ ਬਣਾ ਕੇ ਵੀ ਵੇਚ ਸਕਦੀ ਹਾਂ। ਜਿੰਨੀਆਂ ਇਹ ਚੀਜ਼ਾਂ ਦੀ ਸਮਝ ਨੂੰ ਆਪਾਂ ਕਰਦੇ ਜਾਵਾਂਗੇ, ਮਤਲਬ ਮੈਂ ਇਹ ਕਹੂੰਗੀ ਵੀ ਸਾਡੇ 'ਚੋਂ ਹੀ ਇੱਕ ਨੇਤਾ ਜਾਂ ਇੱਕ ਲੀਡਰ ਉਹ ਅੱਗੇ ਜਿੰਨਾ ਅਸੀਂ ਭਰੋਸੇਯੋਗ ਲਾਵਾਂਗੇ, ਔਰ ਉਹਦੇ ਤੇ ਕੱਲਾ ਇੱਕ ਪਾਸੇ ਨਹੀਂ ਹੈ ਕਿ ਅਸੀਂ ਉਹ ਭਰੋਸੇਯੋਗ ਹੋਣਾ ਚਾਹੀਦਾ, ਮੈਂਬਰਾਂ ਦਾ ਵੀ ਉਹਦੇ ਤੇ ਭਰੋਸਾ ਹੋਣਾ ਚਾਹੀਦਾ। ਇਹਦਾ ਮਤਲਬ ਵੀ ਇਹਦੇ 'ਚ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਾਰੇ ਜਿਹੜੇ ਆ ਕਿੰਨਾ ਜੁੜੇ ਰਹਿਣਾ ਚਾਹੁੰਦੇ ਹਾਂ, ਤੇ ਜੁੜ ਕੇ ਫਿਰ ਉਹੀ ਹੈ ਕਿ ਜੇ ਸਾਡੇ ਹਾਲਾਤ ਸੇਮ ਹੋਣਗੇ, ਫਿਰ ਜਦੋਂ ਅਸੀਂ ਵੱਧ ਕਮਾਵਾਂਗੇ, ਸਾਨੂੰ ਮੁਨਾਫਾ ਵੱਧ ਆਏਗਾ, ਸਾਡੇ 'ਚ ਜੁੜਨ ਦੀ ਭਾਵਨਾ ਉਸ ਤੋਂ ਜ਼ਿਆਦਾ ਵੱਧ ਜਾਏਗੀ। ਸੋ ਇਹ ਇਕੱਠਾ ਚੱਲਦਾ, ਸਮਾਜਿਕ ਤੇ ਆਰਥਿਕ। ਮਤਲਬ ਇਹ ਆ ਤੁਹਾਡੇ ਕਹਿੰਦਾ ਵੀ ਸਾਡਾ ਕੰਮ ਇਹ ਨਹੀਂਗਾ ਵੀ ਉੱਥੇ ਜਾ ਕੇ ਦੁੱਧ ਪਾਤਾ ਤੇ ਸਾਡਾ ਕੰਮ ਖਤਮ ਹੋ ਗਿਆ। ਹਾਂਜੀ, ਬਿਲਕੁਲ ਐਵੇਂ ਨਹੀਂ ਚੱਲ ਸਕਦਾ। ਸਾਨੂੰ ਆਪਣੇ ਹਿੱਸੇ ਦੇ ਕੰਮ ਜਿਹੜੇ ਆ ਜੇ ਅਸੀਂ ਆਪ ਕਰਾਂਗੇ ਤੇ ਸਾਨੂੰ ਫਿਰ ਤਨਖਾਹ ਦੇ ਬੰਦੇ ਘੱਟ ਰੱਖਣੇ ਪੈਣ। ਬਿਲਕੁਲ ਅਸੀਂ ਕੰਮ ਵੰਡ ਲਈਏ। ਹਾਂਜੀ, ਜਿਹੜਾ ਮਤਲਬ ਕਿਸਾਨ ਜਾਂ ਦੁੱਧ ਉਤਪਾਦਕ ਕਰ ਸਕਦਾ ਹੈ, ਹਾਂਜੀ, ਉਹਨੂੰ ਉਹ ਕੰਮ ਦੇ ਦਈਏ। ਹਾਂਜੀ, ਤੇ ਉਹ ਆਪਣੀ ਸਮਝ ਨਾਲ ਹੈ ਨਾ ਸਹੀ ਤਰੀਕੇ ਨਾਲ ਕਰੇ ਤਾਂ ਕਿ ਜਿਹੜੀ ਸੰਸਥਾ ਬਣੀ ਆ ਸਾਡੀ ਇਹਨੂੰ ਵੀ ਫਾਇਦਾ ਹੋਵੇ ਤੇ ਸਾਨੂੰ ਵੀ। ਬਿਲਕੁਲ ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਇਸ ਤਰੀਕੇ ਨਾਲ ਆਪਾਂ ਸੰਗਠਨ ਦੀ ਉਸਾਰੀ ਕਰ ਸਕਦੇ ਹਾਂ, ਤੇ ਉਹਦੇ 'ਚ ਕਈ ਵਾਰੀ ਗੱਲ ਇਹ ਆ ਜਾਂਦੀ ਵੀ ਵੇਖੋ ਆਪਾਂ ਗਲੀ ਬਾਤੀ ਜਦੋਂ ਗੱਲਾਂ ਕਰਦੇ ਆ ਨਾ, ਤੇ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਧਿਆਨ 'ਚ ਆਉਂਦੀਆਂ, ਕਦੇ ਵਿਸਤਰ ਜਾਂਦੀਆਂ ਜਾਂ ਸਾਨੂੰ ਪੁੱਛਣ ਦੀ ਮੁੜ ਕੇ ਹੁੰਦੀ ਆ। ਤੁਸੀਂ ਜਿਵੇਂ ਅਧਿਆਪਕ ਦੇ ਤੌਰ ਤੇ ਸੇਵਾ ਨਿਭਾ ਰਹੇ ਜੇ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਵਿਖੇ, ਮੰਨ ਲਓ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਏ, ਉਹ ਤੁਹਾਡੇ ਕੋਲ ਆ ਕੇ ਕੋਈ ਪੁੱਛਣਾ ਚਾਹੇ ਵੀ ਕਿਵੇਂ ਇਹਨੂੰ ਸਥਾਪਿਤ ਕੀਤਾ ਜਾ ਸਕਦਾ, ਜਾਂ ਕੋਈ ਸੰਗਠਨ ਇਹੋ ਜਿਹਾ ਜਿਹਦੀ ਤੁਸੀਂ ਬਾਹ ਫੜੀ ਹੋਏ ਕਿ ਉਹਨੂੰ ਆਪ ਚਲਾਇਆ ਹੋਏ, ਕੋਈ ਇਹੋ ਜਿਹਾ ਜੇ ਹੋਏ ਤਾਂ ਕਿਸਾਨ ਵੀਰ ਉਹ ਤੁਹਾਡੀ ਯੂਨੀਵਰਸਿਟੀ ਦੇ ਵੱਲੋਂ ਇਹੋ ਜਿਹਾ ਕੋਈ ਹੁਲਾਰਾ ਮਿਲਦਾ ਜੀ ਉਹਨੂੰ? ਹਾਂਜੀ, ਬਿਲਕੁਲ। ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ 'ਚ ਸਾਡੇ ਕੋਲ ਡਾਇਰੈਕਟਰੇਟ ਹੈਗਾ ਐਕਸਟੈਂਸ਼ਨ ਐਜੂਕੇਸ਼ਨ ਦਾ ਜੀ। ਇਹ ਜਿਹੜਾ ਡਾਇਰੈਕਟਰੇਟ ਹੈਗਾ, ਇਹਦਾ ਜਿਹੜਾ ਬੇਸਿਕ ਪਰਪਸ ਹੈਗਾ ਜਾਂ ਮੰਤਵ ਹੈਗਾ ਉਹ ਹੈਗਾ ਕਿ ਪ੍ਰਸਾਰ ਕਰਨਾ, ਜਿਹੜੀਆਂ ਕਿ ਅਲੱਗ-ਅਲੱਗ ਅਸੀਂ ਟੈਕਨੋਲੋਜੀਆਂ ਯੂਨੀਵਰਸਿਟੀ 'ਚ ਬਣਾਉਂਦੇ ਨੇ, ਉਸ ਦੇ ਨਾਲ ਇਸ ਕਿੱਤੇ 'ਚ ਪਸ਼ੂ ਪਾਲਣ ਦੇ ਕਿੱਤੇ 'ਚ ਕਿਸਾਨਾਂ ਦੀ ਬਾਂਹ ਫੜਨਾ ਤੇ ਬਾਂਹ ਫੜ ਕੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ। ਉਹਦੇ ਤਹਿਤ ਹੀ ਜਿਹੜੀਆਂ ਸਾਡੇ ਕੋਲ ਅਲੱਗ-ਅਲੱਗ ਐਸੋਸੀਏਸ਼ਨਸ ਹੈ, ਜਿਵੇਂ ਕਹਿ ਲਓ ਕਿ ਡੇਅਰੀ ਦੀ ਅਲੱਗ ਹੈ, ਪਿਗਰੀ ਦੀ ਹੈ, ਪੋਲਟਰੀ ਦੀ ਹੈ, ਫਿਸ਼ਰੀਜ਼ ਦੀ ਹੈ, ਉਹ ਐਸੋਸੀਏਸ਼ਨਾਂ 'ਚ ਸਾਡੇ ਕੋਲ ਮਹੀਨੇ 'ਚ ਹਰ ਵਾਰ ਇੱਕ ਵਾਰ ਜਿਹੜੇ ਕਿਸਾਨ ਆਉਂਦੇ ਨੇ, ਅਲੱਗ-ਅਲੱਗ ਲੈਕਚਰ ਕਰਾਏ ਜਾਂਦੇ ਨੇ, ਜਿਨ੍ਹਾਂ ਵਿੱਚ ਉਹਨਾਂ ਨੂੰ ਇਹਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਪਹਿਲੇ ਤਾਂ ਐਸੋਸੀਏਸ਼ਨ ਹੀ ਬਣਦੀ ਸੀ। ਐਸੋਸੀਏਸ਼ਨ ਬਣਨ ਨਾਲ ਵੀ ਐਂ ਹੁੰਦਾ ਵੀ ਤੁਸੀਂ ਆਪਣੇ ਮਸਲੇ ਇੱਕ ਦੂਜੇ ਨਾਲ ਹੱਲ ਕਰ ਸਕਦੇ ਹੋ। ਹੁਣ ਜਿਹੜਾ ਅਗਲਾ ਉਤਸ਼ਾਹਿਤ ਕੀਤਾ ਜਾਂਦਾ ਉਹ ਇਸ ਲਈ ਕਿ ਤੁਸੀਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਤੌਰ ਤੇ ਜੁੜੋ ਤਾਂ ਕਿ ਤੁਸੀਂ ਵੱਧ ਤੋਂ ਵੱਧ ਲਾਭ ਕਮਾ ਸਕੋ। ਇਸ ਲਈ ਜੇ ਕੋਈ ਵੀ ਕਿਸਾਨ ਸਾਡੇ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ ਤੇ ਉਹ ਡਾਇਰੈਕਟਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਕੋਲੋਂ ਲੈ ਸਕਦਾ ਹੈ। ਤੇ ਉਹਦੇ ਤਹਿਤ ਬਹੁਤ ਸਾਰੀਆਂ ਫਾਰਮਰ ਪ੍ਰੋਡਿਊਸਰ ਕੰਪਨੀਆਂ ਜਿਹੜੀਆਂ ਨੇ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਨੇ ਮੈਂ ਕਹੂੰਗੀ, ਉਹ ਯੂਨੀਵਰਸਿਟੀ ਬਣਾ ਵੀ ਰਹੀ ਹੈ। ਪਿੱਛੇ ਜਿਹੀ ਥੋੜੇ 2 ਹਫ਼ਤੇ ਪਹਿਲੇ ਇਹਨਾਂ ਨੇ
ਮੱਛੀ ਪਾਲਣ ਵਿੱਚ ਜਿਹੜੀ ਹੈ ਸਾਡੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈ ਉਹ ਆਈ ਹੈ। ਉਸ ਤੋਂ ਪਹਿਲੇ ਡੇਅਰੀ 'ਚ ਵੀ ਸਥਾਪਿਤ ਕੀਤੀ ਹੈ ਤੇ ਉਹ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਪਤਾ ਚੱਲੇਗਾ ਕਿ ਅੱਗੇ ਕਿਤੇ ਜਾਂਦੀ ਹੈ। ਹਜੇ ਬਹੁਤ ਮਤਲਬ ਥੋੜਾ ਟਾਈਮ ਹੋਇਆ ਉਹਨਾਂ ਨੂੰ ਇਸਟੈਬਲਿਸ਼ ਕੀਤੇ ਹੋਏ, ਪਰ ਯੂਨੀਵਰਸਿਟੀ ਨੇ ਇਸ ਮਾਮਲੇ 'ਚ ਕਿਸਾਨਾਂ ਦੀ ਬਾਂਹ ਫੜੀ ਹੋਈ ਹੈ ਤੇ ਜੇ ਕੋਈ ਵੀ ਕਿਸਾਨ ਇਹਦੇ ਲਈ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ 'ਚ ਆਉਣਾ ਚਾਹੀਦਾ ਹੈ ਤੇ ਉਹਨਾਂ ਨੂੰ ਸਾਰੇ ਤਰ੍ਹਾਂ ਦੀ ਜਾਣਕਾਰੀ ਉੱਥੇ ਮਿਲੇਗੀ। ਅਸੀਂ ਲੋਕਾਂ ਨੇ ਜਾਣਕਾਰੀ ਲੈਣੀ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ, ਯੂਨੀਵਰਸਿਟੀ ਸਾਡੀ ਇਹ ਜਾਣਕਾਰੀ ਦੇ ਰਹੀ ਆ। ਇਸ ਤੋਂ ਇਲਾਵਾ ਅਸੀਂ ਹੋਰ ਕਿੱਥੇ ਜਾ ਸਕਦੇ ਹਾਂ ਤਾਂ ਕਿ ਅਸੀਂ ਉਹ ਸੰਸਥਾ ਨੂੰ ਮਜ਼ਬੂਤ ਕਰਕੇ ਬਣਾਈਏ? ਦੇਖੋ, ਜਿੰਨੇ ਵੀ ਸਾਡੇ ਸਾਰੇ ਸਰਕਾਰੀ ਮਹਿਕਮੇ ਨੇ ਤਾਂ ਜਾਂ ਨਬਾਰਡ ਮੈਂ ਕਹਿ ਲਾਂ, ਨਬਾਰਡ ਦੇ ਪਿਛਲੇ ਕੁਝ ਟਾਈਮ ਤੋਂ ਤੁਸੀਂ ਨਬਾਰਡ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ, ਨਬਾਰਡ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਇਹ ਸਾਰਿਆਂ ਨੇ ਕਾਫੀ ਸਾਰੀਆਂ ਫਾਰਮਰ ਪ੍ਰੋਡਿਊਸਰ ਕੰਪਨੀਆਂ ਪੂਰੇ ਦੇਸ਼ ਭਰ ਵਿੱਚ ਖੋਲ੍ਹੀਆਂ ਨੇ, ਉਹਨਾਂ ਦਾ ਅਧਿਐਨ ਵੀ ਚੱਲਦਾ ਰਹਿੰਦਾ ਨੇ ਤੇ ਉਹ ਖੋਲ੍ਹਣ 'ਚ ਹੈਲਪ ਵੀ ਕਰਦੀਆਂ ਨੇ। ਬਹੁਤ ਸਾਰੀ ਫੰਡਿੰਗ ਜਿਹੜੀ ਹੈ ਸਰਕਾਰ ਇਸ ਪਾਸੇ ਦੇ ਵੀ ਰਹੀ ਹੈ। ਪਹਿਲੇ ਕਈ ਸਾਰੀਆਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਜਦੋਂ ਕੰਪਨੀ 'ਚ ਰਜਿਸਟਰ ਹੁੰਦੀਆਂ ਤੇ ਜਿਹੜੀ ਸਰਕਾਰ ਹੈ ਉਹ ਪਹਿਲੇ 5 ਸਾਲਾਂ ਲਈ ਉਹਨਾਂ ਨੂੰ ਫੰਡਿੰਗ ਵੀ ਦਿੰਦੀ ਹੈ ਤਾਂ ਕਿ ਉਸ ਤੋਂ 5 ਸਾਲਾਂ ਬਾਅਦ ਇਹ ਕਿਹਾ ਜਾਂਦਾ ਵੀ ਤੁਸੀਂ ਆਪਣੇ ਪੈਰਾਂ 'ਤੇ ਆਪ ਖੜੇ ਹੋ ਜਾਓ। ਤੇ ਕਾਫੀ ਦੇਰ ਤੱਕ ਇਹ ਜਿਹੜੀਆਂ ਚੱਲਦੀਆਂ ਰਹਿੰਦੀਆਂ। ਸਾਡੇ ਜਿਹੜੇ ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ ਹੈ, ਨਬਾਰਡ ਹੈ, PDDB ਹੈ, ਤੁਸੀਂ ਕਿਤੇ ਵੀ ਜਾਓਗੇ ਤਾਂ ਤੁਹਾਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਮਿਲੇਗੀ ਕਿ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਤੁਸੀਂ ਕਿਸ ਤਰ੍ਹਾਂ ਰਜਿਸਟਰ ਕਰਾਉਣੀ ਹੈ, ਤੁਸੀਂ ਕਿਸ ਤਰ੍ਹਾਂ ਮੈਂਬਰ ਬਣ ਸਕਦੇ ਹੋ। ਤਾਂ ਇਹ ਸਾਰੀਆਂ ਜਿਹੜੀਆਂ ਸਰਕਾਰੀ ਕਿਸਾਨ ਪੋਰਟਲਸ ਨੇ ਇਹਨਾਂ ਤੇ ਜਾ ਕੇ ਕਿਸਾਨ ਜਿਹੜਾ ਹੈ ਉਹ ਆਪਣੀ ਜਾਣਕਾਰੀ ਲੈ ਸਕਦਾ ਹੈ। ਜੀ ਬਿਲਕੁਲ ਗੱਲ ਸਹੀ ਹੈ ਤੁਹਾਡੀ। ਡਾਕਟਰ ਸਾਹਿਬ, ਆਮ ਤੌਰ ਤੇ ਅਸੀਂ ਮਾਰ ਪਤਾ ਕਿੱਥੋਂ ਖਾਂਦੇ ਹਾਂ? ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਵਿੱਚ ਇੱਕ ਤੀਜਾ ਬੰਦਾ ਰਲ ਜਾਂਦਾ, ਹਾਂਜੀ ਹੈ ਨਾ? ਹਾਂਜੀ, ਜਿਵੇਂ ਡਰਮਾਂ ਭਰ ਕੇ ਦੋਧੀ ਜਿਹੜੇ ਆ ਪਿੰਡਾਂ 'ਚ ਦੁੱਧ ਇਕੱਠਾ ਕਰਕੇ ਲੈ ਆਉਂਦੇ ਆ, ਉਹਨਾਂ ਨੂੰ ਇੱਕ ਰੇਟ ਦਿੰਦੇ ਆ, ਆਪਣੇ ਰੇਟ ਨਾਲ ਵੇਚਦੇ। ਹਾਂਜੀ, ਅਸੀਂ ਕੰਮ ਲੱਭਦੇ ਆ ਸੌਖਾ, ਬਿਲਕੁਲ ਵੀ ਸਾਡੇ ਘਰ ਆਂਦਾ ਜੀ, ਘਰੋਂ ਦੁੱਧ ਲੈ ਜਾਂਦਾ, ਜੇ ਰੁਪਈਆ 2 ਰੁਪਏ ਘੱਟ ਵੀ ਦਿੰਦਾ ਤੇ ਕੀ ਫਰਕ ਪੈ, ਹਾਂਜੀ, ਹੈ ਨਾ? ਹਾਂਜੀ, ਪਰ ਸਾਡੀ ਇਹ ਆਰਥਿਕਤਾ ਨੂੰ ਤੇ ਢਾਹ ਲਾਉਂਦਾ ਹੀ ਆ ਨਾ। ਬਿਲਕੁਲ ਬਿਲਕੁਲ ਨਿਤਿਆ ਸਿੰਘ ਜੀ। ਜੇ ਇਹਦੇ ਬਾਰੇ ਤੁਸੀਂ ਸਾਡੇ ਜਿਹੜੇ ਦੁੱਧ ਉਤਪਾਦਕ ਆ ਜਾਂ ਕਿਸਾਨ ਵੀਰ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਦੇਖੋ, ਦੁੱਧ ਨੂੰ ਪੈਦਾ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ ਤੇ ਆਪਾਂ ਸਾਰੇ ਦਾ ਸਾਰਾ ਜ਼ੋਰ ਜਿਹੜਾ ਹੈ ਉਹ ਦੁੱਧ ਨੂੰ ਪੈਦਾ ਕਰਨ ਲਈ ਲਾ ਲੈਂਦੇ ਆ। ਆਪਾਂ ਡੰਗਰ ਵਧੀਆ ਖਰੀਦਦੇ ਆ, ਆਪਾਂ ਉਹਨਾਂ ਦੀ ਰੱਖ ਰਖਾਵ ਕਰਦੇ ਆ, ਵੈਟਨਰੀ ਡਾਕਟਰ ਵੀ ਬਣਾ ਦਿੰਦੇ ਆ। ਅਖੀਰ 'ਚ ਚਾਹੇ ਉਹ ਸਾਡਾ ਕਿਸਾਨ ਖੇਤੀਬਾੜੀ ਦਾ ਹੋਵੇ ਤੇ ਚਾਹੇ ਦੁੱਧ ਦਾ ਹੋਵੇ, ਉਹ ਇਹ ਕਹਿੰਦਾ ਵੀ ਮੈਂ ਫਸਲ ਸਿੱਟ ਆਇਆ। ਜਦ ਤੱਕ ਅਸੀਂ ਆਪਣੇ ਮਨ 'ਚ ਇਹ ਵਿਚਾਰ ਨਹੀਂ ਬਦਲਦੇ ਕਿ ਸਭ ਤੋਂ ਜ਼ਰੂਰੀ ਕੰਮ, ਜੇ ਅੱਜ ਦੀ ਡੇਟ 'ਚ ਤੁਸੀਂ ਦੇਖੋਗੇ, ਕਿਉਂਕਿ ਦੁਨੀਆ 'ਚ ਹੁਣ ਵਪਾਰ ਦਾ ਜਿਹੜਾ ਦੌਰ ਹੈ ਉਹ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਜੇ ਕਿਸਾਨ ਅੱਜ ਨਹੀਂ ਬਦਲਿਆ ਤਾਂ ਉਹ ਇਸ ਰੇਸ ਤੋਂ ਬਹੁਤ ਪਿੱਛੇ ਰਹਿ ਜਾਏਗਾ। ਸਭ ਤੋਂ ਇੰਪੋਰਟੈਂਟ ਜੇ ਮੈਂ ਕਹੂੰਗੀ ਉਹ ਹੈ ਮੰਡੀਕਰਨ। ਜਦ ਤੱਕ ਤੁਸੀਂ ਇਹਦੀ ਕਮਾਂਡ ਆਪਣੇ ਹੱਥ 'ਚ ਨਹੀਂ ਲੈਂਦੇ, ਤੁਸੀਂ ਮੁਨਾਫੇ ਵੱਲ, ਆਮਦਨ ਵੱਲ ਨਹੀਂ ਜਾ ਸਕਦੇ। ਇਸ ਲਈ ਮੈਂ ਕਿਸਾਨਾਂ ਨੂੰ ਮੇਰਾ ਇੱਕੋ ਹੀ ਸੁਨੇਹਾ ਹੈ ਕਿ ਤੁਸੀਂ ਜਿਹੜਾ ਹੈ ਮੰਡੀਕਰਨ ਨੂੰ ਆਪਣੇ ਹੱਥ ਵਿੱਚ ਲਓ ਤਾਂ ਕਿ ਤੁਸੀਂ ਵੱਧ ਤੋਂ ਵੱਧ। ਤੇ ਦੂਸਰਾ ਚੀਜ਼, ਜਦੋਂ ਮੰਡੀਕਰਨ ਨੂੰ ਹੱਥ ਲੈਣਾ ਹੈ ਤੇ ਉਹਦੇ 'ਚ ਇਹੀ ਹੈ ਕਿ ਜੇ ਤੁਸੀਂ ਛੋਟੇ ਤੇ ਮੱਧ ਵਰਗ ਦੇ ਕਿਸਾਨ ਹੋ ਤੇ ਇਕੱਲੇ ਨਹੀਂ ਕਰ ਸਕਦੇ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਇਸ ਧੰਦੇ ਨੂੰ ਅੱਗੇ ਲੈ ਕੇ ਚੱਲੀਏ। ਤਾਂ ਮੈਂ ਕਿਸਾਨਾਂ ਦਾ ਮੇਰਾ ਇੱਕੋ ਹੀ ਸੁਨੇਹਾ ਹੈ ਕਿ ਮੰਡੀਕਰਨ ਵੱਲ ਬਹੁਤ ਜ਼ਿਆਦਾ ਧਿਆਨ ਦਿਓ ਤੇ ਮੰਡੀਕਰਨ ਦੇ ਤਹਿਤ ਹੀ ਸਾਨੂੰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਦੇ ਵੱਲ ਧਿਆਨ ਦੇਣਾ ਚਾਹੀਦਾ। ਵੈਸੇ ਡਾਕਟਰ ਸਾਹਿਬ, ਇੱਕ ਗੱਲ ਆ ਕਿ ਸਾਰੀ ਗੱਲ ਜਿੰਨੀ ਆਪਣੀ ਤੱਤ ਸਾਰਾ ਆਪਾਂ ਕੱਢਦੇ ਆ ਕਿ ਏਕੇ 'ਚ ਬਰਕਤ ਦੀ ਕਹਾਣੀ ਜਿਹੜੀ ਆ ਨਾ, ਉੱਤੇ ਹੀ ਸਾਰੀ ਸਫਲਤਾ ਸਾਡੀ ਟਿਕੀ ਹੋਈ ਆ। ਵੇਖੋ, ਆਪਾਂ ਅੱਗੇ ਉਹ ਕਹਾਣੀ ਸੁਣਦੇ ਹੁੰਦੇ ਛੋਟੇ ਹੁੰਦਿਆਂ ਵੀ ਇੱਕ ਜਿਹੜੀ ਆ ਸੋਟੀ ਉਹ ਤੋੜ ਲਈ, 2 ਤੋੜ ਲੀਆਂ, ਪਰ ਜਦੋਂ 5, 6, 7 ਦਾ ਗੁੱਛਾ ਬਣਾ ਲਿਆ ਤੁਸੀਂ, ਉਦੋਂ ਫਿਰ ਤੋੜਨਾ ਔਖਾ ਹੋ ਜਾਂਦਾ। ਬਿਲਕੁਲ। ਤੇ ਉਸੇ ਤਰੀਕੇ ਨਾਲ ਵੇਖੋ, ਬਹੁਤ ਸਾਰੀਆਂ ਏਜੰਸੀਆਂ ਦੀ ਤੁਸੀਂ ਗੱਲ ਕੀਤੀ ਕਿ ਨਬਾਰਡ ਜਿਹੜਾ ਵਾ ਉਹ ਵਿੱਤੀ ਸਹਾਇਤਾ ਦਿੰਦਾ ਹੈ, ਆ ਜਿਹੜਾ PDDB ਦੀ ਗੱਲ ਕੀਤੀ ਤੁਸੀਂ, ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਏਜੰਸੀਆਂ ਹੋਣਗੀਆਂ ਜਿਹੜੀਆਂ ਸਹਾਇਤਾ ਕਿਸਾਨ ਨੂੰ ਦਿੰਦੀਆਂ ਤੇ ਕਿਸਾਨ ਨੂੰ ਅੱਗੇ ਵਧ ਕੇ ਇਹਨਾਂ ਦਾ ਲਾਹਾ ਵੀ ਲੈਣਾ ਚਾਹੀਦਾ। ਪਰ ਨਾਲ ਦੇ ਨਾਲ ਮੇਰੇ ਦਿਮਾਗ 'ਚ ਇਹ ਵੀ ਸਵਾਲ ਆਉਂਦਾ ਕਿ ਕੀ ਜੇ ਸਾਡੇ ਕਿਸਾਨ ਵੀਰ ਭੈਣਾਂ ਨੇ, ਉਹਨਾਂ ਨੇ ਜੇ ਕਿਸੇ ਕੋਲੋਂ ਇਹੋ ਜਿਹੀ ਵਿੱਤੀ ਸਹਾਇਤਾ ਲੈਣੀ ਹੋਏ ਤੇ ਕੀ ਕੋਈ ਇੱਕੋ ਏਜੰਸੀ ਹੀ ਸਹਾਇਤਾ ਦੇਊਗਾ ਕਿ ਉਹ ਕਿਸੇ ਇੱਕ ਥਾਂ ਤੋਂ ਇੱਕ ਚੀਜ਼ ਵਾਸਤੇ ਦੂਜੀ ਤੋਂ ਦੂਜੀ ਚੀਜ਼ ਵਾਸਤੇ ਵੱਖੋ ਵੱਖਰੀ ਵਿੱਤੀ ਸਹਾਇਤਾ ਵੀ ਪ੍ਰਾਪਤ ਕਰ ਸਕਦਾ ਜੀ? ਹਰਪ੍ਰੀਤ ਜੀ, ਪਹਿਲੇ ਤਾਂ ਇਹੀ ਗੱਲ ਹੈ ਕਿ ਜਿਹੜੇ ਕਿਸਾਨ ਹੈ, ਜਦੋਂ ਇਹ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਤੋਂ ਕੰਪਨੀ ਬਣਦੇ ਆ ਤਾਂ ਸਰਕਾਰ ਇੱਕੋ ਹੀ ਜਗ੍ਹਾ ਤੋਂ ਇਹ ਵਿੱਤੀ ਸਹਾਇਤਾ ਜਿਹੜਾ ਕਿ ਆਪਾਂ ਲੈ ਸਕਦੇ ਆ। ਉਹਦੇ ਨਾਲ ਉਸ ਤੋਂ ਬਾਅਦ ਉਹ ਵਿੱਤੀ ਸਹਾਇਤਾ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਆਪਣੀਆਂ ਸਾਰੀਆਂ ਚੀਜ਼ਾਂ ਨੇ ਉਹ ਖੁਦ ਡਿਵੈਲਪ ਕਰਨੀਆਂ ਹੁੰਦੀਆਂ, ਅੱਗੇ ਵਧਣਾ ਹੁੰਦਾ ਨੇ ਜੀ। ਪਰ ਅਦਰਵਾਈਜ਼ ਜੇ ਤੁਸੀਂ ਕਿਸਾਨ ਵਿੱਤੀ ਸਹਾਇਤਾ ਲੈਣਾ ਚਾਹੁੰਦੇ ਨੇ ਤੇ ਅਲੱਗ-ਅਲੱਗ ਸਕੀਮਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਡਿਪਾਰਟਮੈਂਟ ਚਲਾਉਂਦੇ ਨੇ। ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ ਕੋ ਅਲੱਗ ਸਕੀਮਾਂ ਨੇ, ਨਬਾਰਡ ਕੋ ਅਲੱਗ ਸਕੀਮਾਂ ਨੇ, ਆਪਣਾ ਜਿਹੜਾ PDDB ਹੈ, ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ,
ਇਹਨਾਂ ਕੋਲ ਅਲੱਗ ਸਕੀਮਾਂ ਨੇ। ਤੇ ਗੱਲ ਫਿਰ ਉੱਥੇ ਹੀ ਹੈ ਕਿ ਕਿਸਾਨ ਨੂੰ ਥੋੜਾ ਐਕਟਿਵ ਹੋਣਾ ਪਏਗਾ, ਤਾਂ ਹੀ ਉਹ ਅੱਗੇ ਵੱਧ ਸਕੇਗਾ ਕਿ ਉਹਨੂੰ ਇਹ ਸਮਝ ਆਏ ਕਿ ਮੈਂ ਵਿੱਤੀ ਸਹਾਇਤਾ ਕਿਉਂ ਲੈਣੀ ਹੈ, ਕਿਸ ਤਰ੍ਹਾਂ ਲੈਣੀ ਹੈ ਤੇ ਮੈਂ ਕਿੱਥੋਂ ਲੈਣੀ ਹੈ। ਇਹ ਪਹਿਲਾ ਸਵਾਲ ਹੈ। ਦੂਸਰਾ ਹੈ ਕਿ ਤੁਸੀਂ ਜਿਹੜੀ ਗੱਲ ਕੀਤੀ ਏਕਾ, ਮੈਂ ਪਹਿਲੇ ਹੀ ਗੱਲ ਕੀਤੀ ਸੀ ਕਿ ਸਾਨੂੰ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਉਹ ਆਉਂਦੀ ਹੈ ਕਿਸਾਨ ਨੂੰ ਜੋੜਨ ਦੀ। ਆਪਾਂ ਅਲੱਗ-ਅਲੱਗ ਆਪਣੇ ਘਰ ਵਿੱਚ ਰਹਿ ਕੇ ਤਾਂ ਸਟਰਗਲ ਕਰਨਾ ਪਸੰਦ ਕਰਦੇ ਹਾਂ, ਪਰ ਆਪਾਂ ਇਕੱਠੇ ਹੋ ਕੇ ਕਿਸੇ ਮਸਲੇ ਦਾ ਹੱਲ ਕਰਨ ਨੂੰ ਬਹੁਤਾ ਪਸੰਦ ਨਹੀਂ ਕਰਦੇ। ਸਾਡੇ ਕੋਲ ਹੁਣ ਬਹੁਤ ਚਿਰ ਤੋਂ ਇਦਾਂ ਦੀ ਕੋਈ ਮਿਸਾਲ ਵੀ ਨਹੀਂ ਹੈ ਕਿ ਜਿੱਥੇ ਆਪਾਂ ਸਾਰਿਆਂ ਨੇ ਰਲ ਕੇ ਕੋਈ ਮਸਲਾ ਹੱਲ ਕੀਤਾ ਹੋਵੇ। ਇਸ ਕਰਕੇ ਪਰ ਜਿਹੜਾ ਡੇਅਰੀ ਦਾ ਧੰਦਾ, ਮੈਂ ਤੁਹਾਨੂੰ ਫਿਰ ਕਹੂੰਗੀ, ਇਹਦੇ ਅੱਗੇ ਜੇ ਆਪਾਂ ਨੂੰ ਵਧਾਉਣਾ ਚਾਹੁੰਦੇ ਹਾਂ ਔਰ ਚਾਹੁੰਦੇ ਹਾਂ ਕਿ ਛੋਟੇ ਤੇ ਮੱਧ ਵਰਗੀ ਕਿਸਾਨ ਇਸ ਧੰਦੇ ਨੂੰ ਨਾ ਛੱਡਣ, ਤਾਂ ਸਾਨੂੰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਦਾ ਸਹਾਰਾ ਲੈਣਾ ਹੀ ਪਏਗਾ। ਜੀ ਬਿਲਕੁਲ ਗੱਲ ਤੁਸੀਂ ਜਿਹੜੀ ਆ ਕੀ ਆਂਦੇ ਹੁੰਦੇ ਆ, ਸੋਹਣਾ ਨੇ ਸਹੀ ਕਹੀ ਆ। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ, ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਵੇਖਦੇ ਰਹੋ ਡੀਡੀ ਪੰਜਾਬੀ। ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਇੰਦਰਪ੍ਰੀਤ ਜੀ, ਧੰਨਵਾਦ ਜੀ। ਜੈ ਹਿੰਦ ਮਿੱਠਾ ਸਿੰਘ ਜੀ, ਜੈ ਹਿੰਦ।